यसू दे प्यार च हसना ए दुखी होना नहीं अज तो दुखी होना नहीं अज तो दुखी होना नहीं अज तो यसू दे प्यार च हसना ए दुखी होना नहीं अज तो। प्रेज़ द लॉर्ड। यसू कुछ भी कर सकता ਦੇ ਪਲੇਟਫਾਰਮ ਤੋਂ ਅੱਜ ਫਿਰ ਤੁਹਾਡੇ ਲਈ ਖੁਦਾਵੰਦ ਯਿਸੂ ਮਸੀਹ ਦੇ ਲੱਖ ਲੱਖ ਸ਼ੁਕਰਾਨੇ ਦੇ ਨਾਲ ਪ੍ਰੋਗਰਾਮ ਲੈ ਕੇ ਆ ਰਹੀ ਹਾਂ। ਲਾਈਫ ਮੋਰ ਅਬੰਡੈਂਟ, ਭਰਪੂਰ ਜ਼ਿੰਦਗੀ। ਇਹਦੇ ਵਿੱਚ ਅਸੀਂ ਅੱਜ ਡਿਸਕਸ ਕਰਾਂਗੇ ਵੈਲਥੀ ਫਾਦਰ ਵੈਲਥੀ ਚਿਲਡਰਨ, ਭਾਵ ਕਿ ਅਮੀਰ ਬਾਪ ਦੇ ਅਮੀਰ ਬੱਚੇ। ਅਸੀਂ ਹੁਣ ਇਹ ਦੇਖਣਾ ਕਿ ਅਮੀਰੀ ਕਿਹੜੀ ਅਮੀਰੀ ਆ ਜਿਹਦੀ ਅਸੀਂ ਗੱਲ ਕਰਨ ਜਾ ਰਹੇ ਹਾਂ, ਕਿਹੜੀ ਅਮੀਰੀ ਦੀ ਗੱਲ ਕਰ ਰਹੇ ਹਾਂ। ਅਸੀਂ ਦੇਖਣਾ ਬਿਫੋਰ ਗੋਡ ਕ੍ਰੀਏਟਡ ਐਡਮ ਐਂਡ ਈਵ, ਹੀ ਕ੍ਰੀਏਟਡ ਐਵਰੀਥਿੰਗ ਐਲਸ। ਹੀ ਕ੍ਰੀਏਟਡ ਲਾਈਟ in order to see the darkness, in order to differentiate darkness. He created all kind of fruit and vegetables. He parted the water and created the animals. ਖੁਦਾਵੰਦ ਯਿਸੂ ਮਸੀਹ ਦੇ ਬਾਰੇ ਵਿੱਚ ਅਸੀਂ ਜਦੋਂ ਕਿ ਉਹ ਖੁਦਾ ਬਾਪ ਨੇ ਧਰਤੀ ਅਤੇ ਜ਼ਮੀਨ ਨੂੰ ਬਣਾਇਆ, ਜਦੋਂ ਉਹਨੇ ਆਸਮਾਨ ਤੋਂ ਬਾਅਦ ਜਦੋਂ ਉਸਨੇ ਆਦਮ ਅਤੇ ਈਵ ਨੂੰ ਬਣਾਇਆ, ਉਸਨੇ ਹਰ ਚੀਜ਼ ਜਿਹੜੀ ਆ ਉਹਦੀ ਸਾਜਨਾ ਕੀਤੀ। ਉਸਨੇ ਚਾਨਣ ਨੂੰ ਹਨੇਰੇ ਤੋਂ ਅਲੱਗ ਕੀਤਾ ਅਤੇ ਉਹਨੇ ਹਰ ਤਰ੍ਹਾਂ ਦੇ ਫਲ ਫਰੂਟ ਅਤੇ ਸਬਜ਼ੀਆਂ ਬਣਾਏ। ਉਹਨੇ ਪਾਣੀਆਂ ਤੋਂ ਅਲੱਗ ਕੀਤਾ ਅਤੇ ਉਹਨੇ ਜਾਨਵਰਾਂ ਨੂੰ ਵੀ ਬਣਾਇਆ। God decorated the world with precious stones and flowers, and he created the rain in order to water the plants. He also prepared a special place among all the wonders he had created, which the most beautiful things were put together in such a way that it was considered a paradise. ਖੁਦਾ ਨੇ ਇਸ ਜ਼ਮੀਨ ਨੂੰ ਇੰਨੇ ਸੋਹਣੇ ਤਰੀਕੇ ਦੇ ਨਾਲ ਸਜਾ ਦਿੱਤਾ ਕਿ ਉਹਨੇ ਅਲੱਗ-ਅਲੱਗ ਤਰ੍ਹਾਂ ਦੇ ਬਹੁਤ ਅਣਮੁੱਲੇ, ਬਹੁਤ ਮਹਿੰਗੇ, ਬਹੁਮੁੱਲੇ ਉਹਨੇ ਜਿਹੜੇ ਸਟੋਨ ਪੱਥਰ ਅਤੇ ਫੁੱਲ ਵੀ ਜ਼ਮੀਨ ਦੇ ਉੱਤੇ ਲਗਾਏ। ਉਹਨੇ ਪਾਣੀ ਦੀ ਜਿਹੜੀ ਸਾਜਨਾ ਹੈ ਉਹ ਵਰਖਾ ਦੇ ਰੂਪ ਦੇ ਵਿੱਚ ਵੀ ਕੀਤੀ, ਤਾਂ ਕਿ ਉਹ ਪਾਣੀ ਜਿਹੜਾ ਉਹਨੂੰ ਇਸਤੇਮਾਲ ਕਰਕੇ ਫੁੱਲਾਂ ਨੂੰ ਅਤੇ ਪੌਦਿਆਂ ਨੂੰ ਪਾਣੀ ਦੇ ਸਕੇ। ਅਤੇ ਉਹਨੇ ਇਸੇ ਤਰ੍ਹਾਂ ਜਿਹੜੀ ਜ਼ਮੀਨ ਹੈ ਉਹਦੇ ਵਿੱਚ ਹੋਰ ਵੀ ਹੈਰਾਨੀ ਵਾਲੀਆਂ ਹੈਰਾਨੀਮਈ ਚੀਜ਼ਾਂ ਕੀਤੀਆਂ, ਇੱਥੋਂ ਤੱਕ ਕਿ ਉਹ ਚੀਜ਼ਾਂ ਇੰਨੀਆਂ ਸੋਹਣੀਆਂ ਸੀ, ਇੰਨੀਆਂ ਕਿ ਉਹਨੇ ਸਾਰਾ ਕੁਛ ਇੰਨਾ ਸੋਹਣੇ ਤਰੀਕੇ ਦੇ ਨਾਲ ਸਜਾਇਆ ਕਿ ਉਹਨੇ ਸਵਰਗ ਭਾਵ ਪੈਰਾਡਾਈਸ ਫਿਰਦੌਸ ਦਾ ਨਾਂ ਦੇ ਦਿੱਤਾ। It was that place that God placed Adam and Eve. It was the best and most beautiful place in the world, his garden. There he commanded them to multiply and fill the earth. ਇਹ ਉਹੀ ਜਗ੍ਹਾ ਸੀ ਜਿਹੜੀ ਉਹਨੇ ਆਦਮ ਤੇ ਈਵ ਨੂੰ ਦਿੱਤੀ, ਅਤੇ ਇਸ ਦੁਨੀਆ ਉਸ ਵੇਲੇ ਦੀ ਸਭ ਤੋਂ ਸੋਹਣੀ, ਸਭ ਤੋਂ ਜ਼ਬਰਦਸਤ ਖੂਬਸੂਰਤ ਜਗ੍ਹਾ ਸੀ, ਉਹਦਾ ਆਪਣਾ ਬਾਗ। ਅਤੇ ਉਹਨੇ ਉਸੇ ਜਗ੍ਹਾ ਨੂੰ ਉਹਨਾਂ ਨੂੰ ਭਰਨ ਦਾ ਅਤੇ ਉਹਨੂੰ ਖੁਸ਼ਗਵਾਰ ਕਰਨ ਦਾ ਉਹਨਾਂ ਨੂੰ ਹੁਕਮ ਦਿੱਤਾ। Then God blessed them and God said to them, be fruitful and multiply, fill the earth and subdue it, have dominion over the fish of the sea, over the bird of the air, and over every living thing that moves on the earth. Genesis chapter 1 verse 28। ਅਸੀਂ ਜਿਸ ਤਰ੍ਹਾਂ ਕਿ ਪੈਦਾਇਸ਼ ਦੇ ਪਹਿਲੇ ਚੈਪਟਰ ਦੀ 28ਵੀਂ ਆਇਤ ਨੂੰ ਦੇਖਿਆ ਕਿ ਉਹਨੇ ਉਹਨਾਂ ਨੂੰ ਅਸੀਸ ਦਿੱਤੀ, ਉਹਨੇ ਉਹਨਾਂ ਨੂੰ ਬਖਸ਼ਿਸ਼ ਦਿੱਤੀ ਅਤੇ ਉਹਨਾਂ ਨੂੰ ਕਿਹਾ ਕਿ ਹੁਣ ਤੁਸੀਂ ਫਲਦਾਰ ਹੋਵੋ ਅਤੇ ਤੁਸੀਂ ਇਸ ਦੁਨੀਆ ਦੀ ਹਰ ਜਗ੍ਹਾ ਨੂੰ ਤੁਸੀਂ ਮਲਟੀਪਲਾਈ ਕਰੋ, ਭਰੋ, ਅਤੇ ਤੁਹਾਨੂੰ ਮੈਂ ਸਮੁੰਦਰ ਦੀ ਹਰ ਮੱਛੀ ਉੱਤੇ, ਧਰਤੀ ਦੇ ਹਰ ਜੀਵ ਜੰਤੂ ਉੱਤੇ, ਅਤੇ ਮੈਂ ਤੁਹਾਨੂੰ ਪੰਛੀਆਂ ਉੱਤੇ, ਜੋ ਵੀ ਚੀਜ਼ ਧਰਤੀ ਉੱਤੇ ਹਿਲਦੀ ਹੈ ਉੱਤੇ ਮੈਂ ਤੁਹਾਨੂੰ ਹੱਕ ਦੇ ਦਿੱਤਾ ਹੈ। Man was put in the world to live an abundant, precious life, prosperous life. Adam did not lack water or food. He never needed to take his wife Eve to the doctor. They were perfect and
enjoyed God's perfection. They lacked absolutely nothing. ਆਦਮੀ ਜਿਹੜਾ ਆ ਉਹ ਬੜਾ ਖੁਸ਼ਗਵਾਰ, ਉਹ ਬਹੁਤ ਅਮੀਰ ਤਰੀਨ ਜ਼ਿੰਦਗੀ ਜਿਉਣ ਲਈ ਬਹੁਤ ਅੱਛੀ, ਜਿਹਨੂੰ ਅਸੀਂ ਕਹਿ ਸਕਦੇ ਕਿ ਪੈਸਾ ਨਹੀਂ ਖਰੀਦ ਸਕਦਾ, ਉਹ ਦੁਨੀਆ ਦੇ ਉੱਤੇ ਬਣਾਇਆ ਗਿਆ ਸੀ, ਭੇਜਿਆ। ਉਹਨੂੰ ਬਿਲਕੁਲ ਨਾ ਤਾਂ ਪਾਣੀ ਦੀ ਕਮੀ ਸੀ, ਨਾ ਖਾਣੇ ਦੀ ਕਮੀ ਸੀ। ਇੱਥੋਂ ਤੱਕ ਕਿ ਉਹ ਆਪਣੀ ਵਾਈਫ ਨੂੰ ਕਦੀ ਵੀ ਉਹਨੂੰ ਡਾਕਟਰ ਦੇ ਕੋਲ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਸੀ, ਕਿਉਂਕਿ ਉਹ ਇਹ ਪਰਫੈਕਟ ਸੀਗਾ। ਉਹਦੇ ਵਿੱਚ ਕੋਈ ਦੋਸ਼, ਕੋਈ ਗਲਤੀ, ਕੋਈ ਗੁਨਾਹ ਅਤੇ ਕੋਈ ਵੀ ਉਹਦੇ ਵਿੱਚ ਉਣਤਾਈ ਨਹੀਂ ਸੀ। ਅਤੇ ਇਸੇ ਤਰ੍ਹਾਂ ਖੁਦਾ ਦੀ ਆਪਣੀ ਜਿਹੜੀ ਪਰਫੈਕਸ਼ਨ ਹੈ ਉਹਦੇ ਉੱਤੇ ਹੀ ਉਹਨੂੰ ਬਣਾਇਆ ਗਿਆ ਸੀ, ਅਤੇ ਉਹਦੇ ਕੋਲ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਸੀ ਜਿਹੜੀ ਉਹਦੇ ਕੋਲ ਨਾ ਹੋਵੇ। They had an abundance to enjoy, energy and love. They lived the happy life that was meant for them. That was God's will for their lives and their discretion. Everything on earth was subject to them, and as if that was not enough, they enjoyed perfect communion with God, the Creator. ਉਹਨਾਂ ਦੇ ਕੋਲ ਜਿਹੜੀ ਆ ਅਮੀਰੀ ਅਤੇ ਖੁਸ਼ੀ ਅਤੇ ਜਿਹੜੀ ਆਪਾਂ ਕਹਿੰਦੇ ਹਾਂ ਇੰਜੋਏਮੈਂਟ ਦੀ ਤਾਕਤ ਅਤੇ ਪਿਆਰ ਦੀ ਭਰਪੂਰੀਅਤ ਸੀਗੀ, ਅਤੇ ਉਹ ਇੰਨੀ ਖੁਸ਼ਹਾਲ ਜ਼ਿੰਦਗੀ ਜੀ ਰਹੇ ਸੀ ਕਿ ਉਹ ਖੁਦਾ ਉਹਨਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਉਹਨਾਂ ਦੇ ਆਉਣ ਵਾਲੇ ਘਰਾਣਿਆਂ ਦੀਆਂ, ਉਹਨਾਂ ਦੀਆਂ ਆਉਣ ਵਾਲੀਆਂ ਜਿਹੜੀਆਂ ਜਿੰਨੀਆਂ ਵੀ ਉਹਨਾਂ ਦੀਆਂ ਅੱਗੋਂ ਕੌਮਾਂ ਆਉਣੀਆਂ ਸੀ, ਉਹਨਾਂ ਦੇ ਪੋਤੇ ਪੜੋਤੇ, ਉਹਨਾਂ ਦੀਆਂ ਆਉਣ ਵਾਲੇ ਕੌਮਾਂ ਤੱਕ ਉਹਨਾਂ ਨੂੰ ਖੁਸ਼ਹਾਲੀ ਦੀ ਅਸੀਸ ਸੀਗੀ। ਅਤੇ ਖੁਦਾ ਨੇ ਉਹਨਾਂ ਨੂੰ ਆਪਣੀ ਇਹ ਅਸੀਸ ਦੇ ਉੱਤੇ ਬਣਾਇਆ ਸੀ ਕਿ ਤੁਹਾਡਾ ਘਰਾਣੇ, ਤੁਹਾਡੇ ਆਉਣ ਵਾਲੀਆਂ ਪੀੜ੍ਹੀਆਂ ਦਰ ਪੀੜ੍ਹੀਆਂ ਜਿਹੜੀਆਂ ਉਹ ਉਸ ਖੁਸ਼ੀ ਨੂੰ ਇੰਜੋਏ ਕਰ ਸਕਦੀਆਂ, ਉਸ ਅਮੀਰੀ ਨੂੰ, ਉਸ ਅਬਾਂਡੈਂਸ ਨੂੰ। ਅਤੇ ਉਹ ਇੰਨਾ ਜ਼ਿਆਦਾ ਸੀ ਕਿ ਕਦੀ ਵੀ ਉਹਨਾਂ ਲਈ ਥੋੜ੍ਹ ਨਹੀਂ ਸੀ ਹੋ ਸਕਦੀ ਕਿਸੇ ਵੀ ਚੀਜ਼ ਦੀ, ਕਿਉਂਕਿ ਉਹਨਾਂ ਦਾ ਖੁਦਾ ਦੇ ਨਾਲ ਇੱਕ ਬਹੁਤ ਵਧੀਆ ਰਾਬਤਾ ਸੀਗਾ, ਕਮਿਊਨੀਅਨ ਸੀਗੀ ਕ੍ਰੀਏਟਰ ਦੇ ਨਾਲ, ਜਿਹਨੇ ਹਰ ਇੱਕ ਚੀਜ਼ ਬਣਾਈ, ਅਤੇ ਇਸ ਕਰਕੇ ਉਹਨਾਂ ਨੂੰ ਕਦੀ ਕਿਸ ਚੀਜ਼ ਦੀ ਕਮੀ ਨਹੀਂ ਹੋ ਸਕਦੀ ਸੀ। God has always been and always will be the God of prosperity, the Lord Jesus said. ਕਿਉਂਕਿ ਖੁਦਾ ਹਮੇਸ਼ਾ ਰਿਹਾ ਹੈ ਅਤੇ ਹਮੇਸ਼ਾ ਰਹੇਗਾ ਇੱਕ ਅਮੀਰੀ ਦਾ ਸਭ ਕੁਛ ਕਰ ਸਕਣ ਵਾਲਾ ਖੁਦਾ, ਜਿਸ ਤਰ੍ਹਾਂ ਕਿ ਖੁਦਾਵੰਦ ਯਿਸੂ ਮਸੀਹ ਨੇ ਕਿਹਾ, the thief does not come to except to steal and to kill and to destroy. I have come that they may have life, the life they may have it more abundantly. ਇੱਥੇ ਜੋ ਗੋਸਪਲ ਆਫ ਜੌਨ ਯਹੂਨਾ ਦੀ ਅੰਜੀਲ ਦੇ 10ਵੇਂ ਚੈਪਟਰ ਦੇ 10ਵੇਂ ਆਇਤ 'ਚ ਖੁਦਾਵੰਦ ਦਾ ਖੁਦਾ ਸਾਡਾ ਖੁਦਾਵੰਦ ਯਿਸੂ ਮਸੀਹ ਕਹਿੰਦੇ ਕਿ ਚੋਰ ਜਿਹੜਾ ਆ ਉਹ ਸਿਰਫ ਚੋਰੀ ਹੀ ਕਰਨ ਨਹੀਂ ਆਉਂਦਾ, ਬਲਕਿ ਉਹ ਮਾਰਨ ਨੂੰ, ਜਾਨ ਤੋਂ ਅਤੇ ਤਬਾਹ ਕਰਨ ਲਈ ਵੀ ਆਉਂਦਾ। ਪਰ ਮੈਂ ਕਹਿੰਦਾ ਆਇਆ ਆ ਕਿ ਤੁਸੀਂ ਬਹੁਤ ਅੱਛੀ ਜ਼ਿੰਦਗੀ ਲਓ ਅਤੇ ਬਹੁਤ ਅਮੀਰ ਤਰੀਨ ਭਰਪੂਰੀਅਤ ਖੁਸ਼ਹਾਲ ਜ਼ਿੰਦਗੀ ਲਵੋ। If the Lord Jesus said that it's because God's character has not changed, man disobeyed and was cast out the Garden of Eden, but Jesus paid the price on his behalf and granted him the right to return to God's abundant garden. He himself said that he wants to have life and have it more abundantly. ਅਗਰ ਖੁਦਾ ਯਿਸੂ ਮਸੀਹ ਕਹਿੰਦੇ ਆ ਇਹਦੇ ਬਾਰੇ 'ਚ, ਅਤੇ ਖੁਦਾ ਦਾ ਜਿਹੜਾ ਕਿਰਦਾਰ ਆ ਉਹ ਨਾ ਕਦੀ ਚੇਂਜ ਹੋਇਆ ਅਤੇ ਨਾ ਕਦੀ ਹੋਣਾ ਆ। ਅਤੇ ਆਦਮੀ ਜਿਹੜਾ ਆ ਉਹਨੂੰ ਸਿਰਫ ਕਹਿਣਾ ਮੰਨਣ ਦੀ ਲੋੜ ਸੀ, ਉਹਨੇ ਨਹੀਂ ਮੰਨਿਆ ਅਤੇ ਉਹਨੂੰ ਬਾਗ ਏਦਨ ਤੋਂ ਬਾਹਰ ਕਰ ਦਿੱਤਾ ਗਿਆ। ਪਰ ਖੁਦਾਵਾਂ ਦੇ ਖੁਦਾ ਖੁਦਾਵੰਦ ਯਿਸੂ ਮਸੀਹ ਨੇ ਸਾਡੇ ਬਿਹਾਫ, ਮਤਲਬ ਸਾਡੇ ਹਿੱਸੇ ਦੀ ਉਹਨੇ ਖੁਦਾ ਦੇ ਨਾਲ ਜੋ ਵੀ ਵਾਅਦਾ ਕੀਤਾ ਅਤੇ ਆ ਕੇ ਕ੍ਰੋਸ ਦੇ ਉੱਤੇ ਆਪਣੀ ਜ਼ਿੰਦਗੀ ਨੂੰ ਕੁਰਬਾਨ ਕਰਕੇ ਸਾਨੂੰ ਫਿਰ ਦੁਬਾਰਾ ਉਹ ਜਿਹੜਾ ਬਾਗ ਏਦਨ ਆ ਉਹਦੇ ਵਿੱਚ ਸਾਡਾ ਰਸਤਾ ਸਿੱਧਾ ਕਰ ਦਿੱਤਾ। ਅਤੇ ਕਿਉਂਕਿ ਉਹਨੇ ਫਿਰ ਦੁਬਾਰਾ ਇਸ ਬਚਨ ਦੇ ਵਿੱਚ ਕਿਹਾ ਕਿ ਉਹ ਚਾਹੁੰਦਾ ਕਿ ਅਸੀਂ ਭਰਪੂਰੀਅਤ, ਪ੍ਰੋਪਰੀਅਸ ਜਿਹੜੀ ਜ਼ਿੰਦਗੀ ਲਈਏ, ਤਾਂ ਕਿ ਅਸੀਂ ਹਮੇਸ਼ਾ ਦੀ ਜ਼ਿੰਦਗੀ ਜਿਹੜੀ ਆ ਉਹ ਖੁਸ਼ਹਾਲੀ ਦੇ ਨਾਲ ਅਸੀਂ ਲੈ ਸਕੀਏ, ਪ੍ਰੋਸਪੈਰਿਟੀ ਦੇ ਨਾਲ ਭਰੀ ਹੋਈ। ਅ ਵੈਲਥੀ ਫਾਦਰ, ਹੁਣ ਅਸੀਂ ਇਹ ਦੇਖਣਾ ਕਿ ਸਾਡਾ ਪਿਓ ਕਿੰਨਾ ਅਮੀਰ ਹੈ। I believe in God as my father and it could be not anything else, no otherwise. ਮੈਂ ਆਪਣੇ ਖੁਦਾ ਦੇ ਵਿੱਚ ਪਿਓ ਦੀ ਤਰ੍ਹਾਂ ਉਹਨੂੰ ਮੰਨਿਆ ਹੈ, ਅਤੇ ਕੋਈ ਦੂਸਰਾ ਹੋਰ ਜਿਹੜਾ ਆ ਨਾ
ਇਹਦੇ ਲਈ ਵਰਡ ਜਿਹੜਾ ਉਹ ਠੀਕ ਨਹੀਂ ਹੋ ਸਕਦਾ। ਸੀ ਵਟ ਦ ਬਾਈਬਲ ਸੇ ਇਨ ਅਫਸੀਆਂ, ਅਸੀਂ ਇਹਨੂੰ ਅਫਸੀਆਂ ਦੇ ਵਿੱਚ ਵੀ ਦੇਖਾਂਗੇ, ਅਫਸੀਆਂ ਦੇ ਖਾਤ ਦੇ ਵਿੱਚ ਉਹਦੇ 4th ਚੈਪਟਰ ਦੀ 5ਵੀਂ ਤੇ 6ਵੀਂ ਆਇਤ ਦੇਖਣੀ। One Lord, one faith, one baptism, one God and Father of all, who is above all and through all and in you all। क्या कि एक खुदा, एक ईमान, एक बपतिस्मा, एक पिता, खुदा सारे साडे सारिਆਂ ਦਾ ਤੇ ਜਿਹੜਾ ਸਾਡੇ ਸਾਰਿਆਂ ਤੋਂ ਉੱਤੇ ਆ ਤੇ ਸਾਡੇ ਤੇ ਉਹਦੇ ਰਾਹੀਂ ਸਾਡਾ ਅਸੀਂ ਸਾਰੇ ਉਹਦੇ ਵਿੱਚ ਹਾਂ ਇੱਕ। Do not believe God is a worse father than I am. I have my own children, and I would, if I could, I would give them a huge castles in the best place in the world. I would buy them the best clothes and the most beautiful jewelry. I would give them all the best education and choose princes and prince to marry them. I have no doubt whoever that is that what I would do if I could। ਮਤਲਬ ਇੱਥੇ ਕਿ ਖੁਦਾਵੰਦ ਦਾ ਖੁਦਾ, ਅਗਰ ਅਸੀਂ ਪਿਓ ਮਾਂ ਹੋ ਕੇ ਅਸੀਂ ਆਪਣੇ ਬੱਚਿਆਂ ਨੂੰ ਇਸ ਦੁਨੀਆ ਦੇ ਵਿੱਚ ਅੱਛੇ ਘਰ ਲੈ ਕੇ ਦਿੰਦੇ ਹਾਂ, ਅੱਛੇ ਕੱਪੜੇ ਉਹਨਾਂ ਨੂੰ ਪਹਿਨਾਉਂਦੇ ਹਾਂ, ਅੱਛੇ ਉਹਨਾਂ ਨੂੰ ਖਾਣਾ ਪੀਣਾ ਅਤੇ ਜੁਐਲਰੀ ਦਿੰਦੇ ਹਾਂ ਅਤੇ ਅੱਛੀ ਪੜ੍ਹਾਈ ਲਿਖਾਈ ਦਿੰਦੇ ਅਤੇ ਇੱਕ ਅੱਛੇ ਉਹਨਾਂ ਦੀ ਸ਼ਾਦੀ ਕਰਨ ਲਈ ਪ੍ਰਿੰਸ ਪ੍ਰਿੰਸੈਸ ਦੀ ਤਰ੍ਹਾਂ ਅਸੀਂ ਉਹਨਾਂ ਲਈ ਲੜਕੀਆਂ ਦੇਖਦੇ ਹਾਂ ਜਾਂ ਲੜਕੇ ਦੇਖਦੇ ਹਾਂ। ਅਤੇ ਬਿਨਾਂ ਸ਼ੱਕ ਅਤੇ ਉਹ ਖੁਦਾਵੰਦ ਦਾ ਖੁਦਾ ਜਿਹੜਾ ਆ ਕਿ ਉਹ ਇਹ ਨਹੀਂ ਕਰੇਗਾ, ਉਹ ਇਸ ਤੋਂ ਉੱਤੇ ਕਰਦਾ। ਇਫ ਦੇ were ill, I would call the best specialists in the world. I would buy them California peaches, oranges, apples from Argentina, olive oil from Portugal, cheese from Switzerland and specialties from around the world. I would do my best simply because they are my daughters and sons। ਇੱਥੇ ਅਸੀਂ ਦੇਖਦੇ ਕਿ ਕਿਆ ਹੈ ਕਿ ਜੇ ਕਿਤੇ ਉਹ ਠੀਕ ਨਾ ਹੋਣ ਜਾਂ ਕਮਜ਼ੋਰ ਹੋਣ, ਅਸੀਂ ਦੁਨਿਆਵੀ ਮਾਂ ਬਾਪ ਹੁੰਦੇ ਹੋਏ ਵੱਡੇ ਵੱਡੇ ਸਟੋਰਸ ਦੇ ਵਿੱਚ ਜਾਂਦੇ ਹਾਂ ਅਤੇ ਅਸੀਂ ਉਹਨਾਂ ਲਈ ਕੈਲੀਫੋਰਨੀਆ ਦੇ ਜਿਹੜੇ ਪੀਚਿਸ ਆ ਉਹ ਖਰੀਦਦੇ ਹਾਂ ਅਤੇ ਅਸੀਂ ਉਹਨਾਂ ਲਈ ਔਰੰਜ ਅਤੇ ਜਿਹੜੇ ਸੇਬ ਆ ਉਹ ਅਰਜਨਟਾਈਨਾ ਵਾਲੇ ਲੈਂਦੇ ਹਾਂ ਅਤੇ ਅਸੀਂ ਉਹਨਾਂ ਲਈ ਜਿਹੜਾ ਅੰਜੀਰਾਂ ਦਾ ਤੇਲ ਆ ਔਲਿਆਂ ਦਾ ਉਹ ਅਸੀਂ ਪੁਰਤਗਾਲ ਵਾਲਾ ਚੀਜ਼ ਕਰਦੇ ਹਾਂ ਅਤੇ ਅਸੀਂ ਸਵਿਟਜ਼ਰਲੈਂਡ ਦਾ ਉਹਨਾਂ ਲਈ ਚੀਜ਼ ਖਰੀਦਦੇ ਹਾਂ। ਅਤੇ ਅਸੀਂ ਦੁਨੀਆ ਦੀ ਸਾਰੀ ਸਪੈਸ਼ਲਿਸਟ ਜਗ੍ਹਾ ਦੇ ਉੱਤੇ ਅਸੀਂ ਬਹੁਤ ਪਿਆਰਾ ਅਸੀਂ ਸ਼ਾਇਦ ਉਹਨਾਂ ਲਈ ਖਰੀਦਦੇ ਹਾਂ, ਕਿਉਂਕਿ ਅਸੀਂ ਆਪਣੇ ਬੱਚਿਆਂ ਲਈ ਬੈਸਟ ਕਰਦੇ ਹਾਂ ਇੱਕ ਦੁਨਿਆਵੀ ਬਾਪ ਜਾਂ ਮਾਂ ਹੋਣ ਦੇ ਨਾਤੇ। ਦੈਟ ਇਜ਼ ਐਗਜ਼ੈਕਟਲੀ ਹਾਊ ਆਈ ਸੀ ਗੋਡ। ਇਸੇ ਤਰ੍ਹਾਂ ਮੈਂ ਖੁਦਾ ਨੂੰ ਦੇਖਦੀ ਹਾਂ, a father who has all the power, authority, riches, glory, in other words, in the entire universe in his hands, everything in his hands, and I believe that his love for his children is more greater than mine। ਇਸੇ ਤਰ੍ਹਾਂ ਮੈਂ ਖੁਦਾ ਨੂੰ ਦੇਖਦੀ ਹਾਂ, ਇੱਕ ਪਿਤਾ ਜਿਹਦੇ ਕੋਲ ਪੂਰੀ ਤਾਕਤ ਆ, ਜਿਹਦੇ ਕੋਲ ਹੱਕ ਆ, ਜਿਹਦੇ ਕੋਲ ਅਮੀਰੀ ਆ, ਜਿਹਦੇ ਕੋਲ ਮਹਿਮਾ ਆ। ਦੂਸਰੇ ਲਫ਼ਜ਼ਾਂ 'ਚ ਕਹਿ ਸਕਦੇ ਕਿ ਪੂਰੇ ਦਾ ਪੂਰਾ ਯੂਨੀਵਰਸ, ਪੂਰੇ ਦਾ ਪੂਰਾ ਵਾਯੂਮੰਡਲ ਬ੍ਰਹਿਮੰਡ ਉਹਦੇ ਹੱਥਾਂ ਵਿੱਚ ਆ। ਸਾਰਾ ਕੁਛ ਜਦੋਂ ਉਹਦੇ ਹੱਥਾਂ ਵਿੱਚ ਆ ਅਤੇ ਮੈਂ ਯਕੀਨ ਇਮਾਨ ਨਾਲ ਕਹਿ ਸਕਦੇ ਹਾਂ ਕਿ ਉਹਦਾ ਪਿਆਰ ਸਾਡੇ ਲਈ ਇੰਨਾ ਆ ਕਿ ਇਸ ਤੋਂ ਕਿਤੇ ਜ਼ਿਆਦਾ ਹੈ ਕਿ ਸਾਨੂੰ ਦੁਨੀਆ ਦੀ ਹਰ ਚੀਜ਼ ਦੇ ਸਕਦਾ ਜਿਹੜੀ ਉਹਦੇ ਹੱਥ ਦੇ ਥੱਲੇ ਆ। ਵੈਲਥੀ ਚਿਲਡਰਨ ਨੂੰ ਅਸੀਂ ਦੇਖਦੇ ਕਿ ਅਸੀਂ ਉਹਦੇ ਅਮੀਰ ਤਰੀਨ ਬੱਚੇ। God's greatest desire is that we reveal the image of his son Jesus. He wants us to exude Christ's fragrance। ਹੁਣ ਇੱਥੇ ਵੈਲਥੀ ਕੀ ਆ ਕਿ ਤੁਹਾਡੇ ਘਰ ਦੇ ਮੂਹਰੇ 5-10 ਕਾਰਾਂ ਖੜੀਆਂ ਹੋਣੀਆਂ ਜਾਂ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਅਰਬਾਂ ਪੈਸੇ ਪਏ ਹੋਣੇ, ਨਹੀਂ। ਇੱਥੇ ਇਹਦੇ ਨਾਲ ਉਹ ਹੋਣਾ ਗੁਨਾਹ ਨਹੀਂ ਆ, ਪਰ ਇੱਥੇ ਦੇ ਨਾਲ ਖੁਦਾ ਸਾਡੇ ਕੋਲੋਂ ਐਕਸਪੈਕਟ ਕਰਦਾ ਹੈ ਕਿ ਅਸੀਂ ਉਹਦੇ ਲਾਡਲੇ ਪੁੱਤਰ ਖੁਦਾਵੰਦ ਦੇ ਖੁਦਾ ਯਿਸੂ ਮਸੀਹ ਦੀ ਇਮੇਜ ਦੇ ਮੁਤਾਬਿਕ ਹੋਈਏ, ਜਿਸ ਤਰ੍ਹਾਂ ਉਹਨੇ ਸਾਨੂੰ ਆਪਣੀ ਸ਼ਕਲ ਅਤੇ ਛਵੀ ਦੇ ਉੱਤੇ ਬਣਾਇਆ, ਤਾਂ ਕਿ ਸਾਡੇ ਵਿੱਚੋਂ, ਸਾਡੇ ਸੁਭਾਅ ਦੇ ਵਿੱਚੋਂ, ਸਾਡੇ ਤੁਰਨ ਫਿਰਨ ਦੇ ਵਿੱਚੋਂ, ਸਾਡੇ ਕੰਮਕਾਜ ਦੇ ਵਿੱਚੋਂ, ਸਾਡੇ ਪ੍ਰਸਤਿਸ਼ ਦੇ ਵਿੱਚੋਂ ਖੁਦਾਵੰਦ ਯਿਸੂ ਮਸੀਹ ਦੀ ਖੁਸ਼ਬੂ ਲੋਕਾਂ ਨੂੰ ਮਿਲੇ, ਤਾਂ ਕਿ ਅਸੀਂ ਉਹਦੀ ਛਵੀ ਦੇ ਉੱਤੇ ਬਣਾਏ ਹੋਣ ਦਾ ਪੂਰਾ ਉਹ ਇਮੇਜ ਜਿਹੜੀ ਆ ਉਹਦਾ ਅਸੀਂ ਕਰਜ਼ ਉਤਾਰਦੇ ਹੋਏ ਨਜ਼ਰ ਆਈਏ।
दूसरे कुरिन्थियां दे दूसरे चैप्टर की 15वीं आयत दे विच की पढ़ते हैं, फॉर वी आर टू गॉड द फ्रेगरेंस ऑफ क्राइस्ट अमंग दोज हु आर बीइंग सेव्ड एंड अमंग दोज हु आर पैरिशिंग, कि असी खुदावां दे खुदा दी असी महक आ अपने मसीह दे दित्ती हुई जिहदे करके असी बचाए गए हैं, ते जिहड़े कि ख़त्म हो जाने वाले दे बावजूद भी असी वो महक आ जिहड़ी कदी भी ख़त्म नहीं हुंदी। ही वांट्स अस टू शो द वर्ल्ड दैट वी आर ट्रू चिल्ड्रन एंड सिटीजन ऑफ हिज किंगडम, his own special people, a holy nation, pure and unblemished, capable of showing the devil that all demons that we are valuable and that we have the Father who gives us an abundant life। ਉਹ ਚਾਹੁੰਦਾ ਹੈ ਕਿ ਅਸੀਂ ਦੁਨੀਆ ਦੇ ਵਿੱਚ ਇੱਕ ਸੱਚੇ ਬੱਚੇ ਤੇ ਇੱਕ ਉਹਦੇ ਜਿਹੜੇ ਬਾਦਸ਼ਾਹੀ ਦੇ ਅਸੀਂ ਅੱਛੇ ਸੱਚੇ ਸ਼ਹਿਰੀ ਤੇ ਉਹਦੇ ਅਸੀਂ ਚੁਣੇ ਹੋਏ ਲੋਕ ਤੇ ਉਹਦੀ ਚੁਣੀ ਹੋਈ ਬਹੁਤ ਪਾਕ ਕੌਮ ਤੇ ਅਸੀਂ ਬਹੁਤ ਮਤਲਬ ਨਮਰ ਤੇ ਬੇਦੋਸ਼ੇ ਤੇ ਬੇਦਾਗ ਅਸੀਂ ਜਿਹੜੇ ਸ਼ੈਤਾਨ ਦੇ ਸਾਹਮਣੇ ਨਜ਼ਰ ਆਈਏ, ਤਾਂ ਕਿ ਜਿਹੜੇ ਸਾਰੇ ਸ਼ੈਤਾਨ ਦੇ ਜਿਹੜੇ ਡੀਮਨ ਹੈਗੇ ਆ ਉਹਨਾਂ ਦੇ ਸਾਹਮਣੇ ਖੁਦਾ ਦੇ ਅਸੀਂ ਉਹ ਬੱਚੇ ਜਿਹੜੇ ਕਿ ਬਹੁਤ ਕੀਮਤੀ ਤੇ ਬਹੁਤ ਪਿਆਰੇ ਬੱਚੇ ਆ ਤੇ ਜਿਨ੍ਹਾਂ ਦੀ ਕਿਰਪਾ ਉਹ ਆਪ ਕਰਦਾ ਤੇ ਰੱਖਿਆ ਵੀ ਉਹ ਆਪ ਕਰਦਾ ਤੇ ਅਸੀਂ ਉਹ ਬਣ ਕੇ ਨਜ਼ਰ ਆਈਏ। ਜਿਸ ਤਰ੍ਹਾਂ ਇੱਕ ਮਾਂ ਬਾਪ ਜਦੋਂ ਉਹਨਾਂ ਦੇ ਬੱਚੇ ਕਿਸੇ ਸ਼ਾਦੀ 'ਤੇ ਜਾਂਦੇ ਆ ਜਾਂ ਕਿਸੇ ਫੰਕਸ਼ਨ 'ਤੇ ਜਾਂਦੇ ਆ ਅਤੇ ਉਹਨੂੰ ਉਹ ਚਾਹੁੰਦਾ ਕਿ ਉਹ ਸਭ ਤੋਂ ਸੋਹਣੇ ਲੱਗਣ, ਸਭ ਤੋਂ ਵਧੀਆ ਕੱਪੜੇ ਪਾਏ ਹੋਣ, ਤਾਂ ਉਹਨਾਂ ਦੇ ਐਸੀ ਤਰ੍ਹਾਂ ਖੁਦਾਵਾਂ ਦਾ ਖੁਦਾ ਉਹ ਦੇਖਦਾ ਕਿ ਜਦੋਂ ਉਹ ਸ਼ੈਤਾਨ ਦੇ ਸਾਹਮਣੇ ਚਾਹੁੰਦਾ ਕਿ ਅਸੀਂ ਸਭ ਤੋਂ ਉੱਚੇ ਸੁੱਚੇ ਅਤੇ ਅਸੀਂ ਸਭ ਤੋਂ ਵਧੀਆ ਅਤੇ ਸਭ ਉਹਦੀ ਛਵੀ ਦੇ ਉੱਤੇ ਉਹਦੇ ਕੰਮ ਕਰਦੇ ਹੋਏ ਉਹਦੇ ਵਿੱਚ ਰੁੱਝੇ ਹੋਏ ਮਸਰੂਰ ਨਜ਼ਰ ਆਈਏ। On the other hand, what is your reaction when your child does not do well in school, when he doesn't learn anything, gets home with his uniform dirty and his face hurt because he's constantly beaten by his schoolmates, or when he's always ill or unhappy? ਹੁਣ ਤੁਸੀਂ ਦੇਖਣਾ ਹੈ ਕਿ ਜਦੋਂ ਤੁਹਾਡਾ ਕੀ ਵਤੀਰਾ ਤੁਹਾਡੇ ਉੱਤੇ ਕੀ ਗੁਜ਼ਰਦੀ ਹੈ, ਕੀ ਬੀਤਦਾ ਜਦੋਂ ਤੁਹਾਡਾ ਬੱਚਾ ਜਿਹੜਾ ਪੜ੍ਹਾਈ ਲਿਖਾਈ 'ਚ ਵੀ ਠੀਕ ਤਰੀਕੇ ਦੇ ਨਾਲ ਪੇਸ਼ ਨਹੀਂ ਆਉਂਦਾ ਅਤੇ ਉਹ ਕੁਛ ਸਿੱਖਣ ਦੀ ਬਜਾਏ ਉਹ ਆਪਣੀ ਜਿਹੜੀ ਆ ਉਹਦੀ ਸਕੂਲ ਦੀ ਵਰਦੀ ਉਹਨੂੰ ਗੰਦਿਆ ਕਰਕੇ ਆਪਣਾ ਉਹਦਾ ਜਿਹੜਾ ਮੂੰਹ ਆ ਉਹ ਭੰਨਿਆ ਹੋਇਆ ਉਹਦੇ ਜਿਹੜੇ ਸਕੂਲ ਦੇ ਵਿੱਚ ਉਹਦੇ ਨਾਲ ਜਿਹੜੇ ਫੈਲੋ ਬ੍ਰਦਰ ਸਿਸਟਰਸ ਹੈਗੇ ਅਤੇ ਗਲਤੀਆਂ ਕਰਕੇ ਉਹਦੀਆਂ ਕਰਕੇ ਅਤੇ ਉਹ ਹਮੇਸ਼ਾ ਜਦ ਬਿਮਾਰਤ ਜਾਂ ਫਿਰ ਦੁਖੀ ਆ ਤੁਹਾਡੇ ਦਿਲ ਦੇ ਉੱਤੇ ਕੀ ਗੁਜ਼ਰੂਗੀ। Obviously you feel angry and upset because you can't stand to see him suffer. That's exactly how Lord our Father feels. He does not want us to see ill or misery or defeated. ਬਿਲਕੁਲ ਇਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਬਹੁਤ ਗੁੱਸੇ ਵਿੱਚ ਵੀ ਹੋਵੋਗੇ ਅਤੇ ਤੁਸੀਂ ਬਹੁਤ ਦੁਖੀ ਵੀ ਹੋਵੋਗੇ, ਅਪਸੈਟ ਹੋਵੋਗੇ, ਕਿਉਂਕਿ ਤੁਸੀਂ ਆਪਣੇ ਬੱਚੇ ਨੂੰ ਆਪਣੇ ਬੱਚੇ ਨੂੰ ਦੁੱਖ ਪਾਉਂਦਿਆਂ ਨਹੀਂ ਦੇਖ ਕੇ ਸਹਾਰ ਨਹੀਂ ਸਕਦੇ। ਇਸੇ ਤਰ੍ਹਾਂ ਜਦੋਂ ਖੁਦਾਵਾਂ ਦਾ ਖੁਦਾ ਸਾਨੂੰ ਦੇਖਦਾ ਹੈ ਕਿ ਅਸੀਂ ਡਸਟਬਿਨਾਂ ਦੇ ਵਿੱਚੋਂ ਫਰੋਲ ਕੇ ਲੋਕੀ ਜਿਹੜੇ ਉਹ ਖਾਣਾ ਲੱਭ ਰਿਹਾ, ਜਾਂ ਫਿਰ ਉਹ ਜਾਦੂਗਰਾਂ ਦੇ ਹੱਥਾਂ ਦੇ ਵਿੱਚ ਕੈਦ ਹੋ ਗਏ ਹੋਏ ਆ, ਜਾਂ ਫਿਰ ਉਹ ਪੋਰਨ ਜਿਹੜੀ ਕਿ ਨੰਗੀਆਂ ਤਸਵੀਰਾਂ ਦੀਆਂ ਦੇਖ ਕੇ ਵੀਡੀਓਜ਼ ਉਹਦੇ ਵਿੱਚ ਉਹਨਾਂ ਨੇ ਆਪਣੀਆਂ ਅੱਖਾਂ ਦਾ ਟਾਈਮ ਖਰਚ ਕਰਦੇ ਆ ਜਾਂ ਆਪਣੇ ਕੰਨਾਂ ਨੂੰ ਖਰਚ ਕਰਦੇ ਆ, ਅਤੇ ਉਹ ਵੀ ਦੁਖੀ ਬਲਕਿ ਬਹੁਤ ਤਕਲੀਫ ਦੇ ਹਾਲਤ ਦੇ ਵਿੱਚੋਂ ਤੇ ਮਤਲਬ ਗੁਜ਼ਰਦਾ ਹੈ। ਸਾਨੂੰ ਦੇਖ ਕੇ ਉਹ ਰੋਂਦਾ ਹੈ, ਦੁਖੀ ਹੁੰਦਾ ਹੈ। ਹੁਣ ਅਸੀਂ ਜਾਣਨੀ ਉਹਦੀ ਮਰਜ਼ੀ, God's will. Without a doubt, God's will is to see his children blessed and prosperous. As if Jesus' word were not enough, he said that he came to bring life and life more abundantly. The Bible also describes that the city that is being prepared for us, a city made of precious stones and abundance of water and food, where sadness and death will not exist and where we will enjoy perfect health in the presence of God. ਅਸੀਂ ਇਹ ਮੁਕਾਸ਼ਵਾ ਦੀ ਕਿਤਾਬ ਦੇ 22ਵੇਂ ਚੈਪਟਰ ਦੀ 2 ਤੇ 3 ਆਇਤ ਪੜ੍ਹਦੇ ਹਾਂ। ਖੁਦਾ ਦੀ ਮਰਜ਼ੀ ਬਿਨਾਂ ਸ਼ੱਕ ਉਹਦੀ ਮਰਜ਼ੀ ਕੀ ਆ ਕਿ ਅਸੀਂ ਸਾਰੇ ਜਿਹੜੇ ਬਹੁਤ ਜ਼ਿਆਦਾ ਖੁਸ਼ਹਾਲ ਅਤੇ ਬਹੁਤ ਅਸੀਂ ਬਖਸ਼ਿਸ਼ ਨਾਲ ਭਰੇ ਹੋਏ
ਅਸੀਂ ਅਮੀਰ ਤਰੀਨ ਤੇ ਅਸੀਂ ਅਸੀਸਾਂ ਨਾਲ ਭਰੇ ਹੋਏ ਤੇ ਅਸੀਂ ਤੰਦਰੁਸਤ ਹੋਈਏ ਤੇ ਅਸੀਂ ਤੇ ਜਿਸ ਤਰ੍ਹਾਂ ਕਿ ਖੁਦਾਵੰਦ ਯਿਸੂ ਮਸੀਹ ਦੇ ਵਰਡ ਜਿਹੜੇ ਆ ਉਹ ਸਾਨੂੰ ਕਹਿ ਗਏ ਕਿ ਉਹ ਸਾਨੂੰ ਚਾਹੁੰਦਾ, ਉਹ ਆਇਆ ਕਾਹਦੇ ਲਈ ਕਿ ਹਮੇਸ਼ਾ ਦੀ ਜ਼ਿੰਦਗੀ ਤੇ ਬਹੁਤ ਖੁਸ਼ਹਾਲ ਜ਼ਿੰਦਗੀ ਦੇਣ ਲਈ ਆਇਆ। ਇਸੇ ਤਰ੍ਹਾਂ ਸਾਨੂੰ ਮਤਲਬ ਮੁਕਾਸ਼ਵਾ ਦੀ 22ਵੇਂ ਚੈਪਟਰ 2 ਤੇ 3 ਆਇਤ ਜਿਹੜੀ ਉਹਦੇ ਵਿੱਚ ਵੀ ਇਹੀ ਲੱਭਦਾ ਆ ਕਿ ਉਹਨੇ ਕਿਹਾ ਕਿ ਉਹ ਸ਼ਹਿਰ ਜਿਹੜਾ ਕਿ ਬਹੁਤ ਸੋਹਣੇ ਹੀਰੇ ਜਵਾਹਰਤ ਤੇ ਸੋਹਣੇ ਨਗਾਂ ਦੇ ਨਾਲ ਜਿਹੜਾ ਜੜਿਆ ਹੋਇਆ ਤੇ ਉਹ ਜਿਹੜਾ ਪਾਣੀ ਆ ਤੇ ਖਾਣਾ ਆ ਉੱਥੋਂ ਦਾ ਉਹ ਬਹੁਤ ਮਤਲਬ ਮਿੱਠਾ, ਬਹੁਤ ਸੋਹਣਾ ਤੇ ਉਹ ਇੰਨਾ ਸਾਡੇ ਲਈ ਵਧੀਆ ਆ ਕਿ ਕਦੀ ਸਾਡੇ ਚਿਹਰਿਆਂ ਦੇ ਉੱਤੇ ਉਦਾਸੀ ਜਾਂ ਦੁੱਖ ਨਹੀਂ ਆਉਂਦਾ ਤੇ ਕਦੀ ਮੌਤ ਨਾਂ ਦੀ ਕੋਈ ਚੀਜ਼ ਉੱਥੇ ਹੁੰਦੀ ਨਹੀਂ। ਤੇ ਉਹ ਅਸੀਂ ਕਿਉਂਕਿ ਅਸੀਂ ਖੁਦਾ ਦੀ ਹਜ਼ੂਰ ਦੇ ਵਿੱਚ ਹਰ ਤਰ੍ਹਾਂ ਦੀ ਤੰਦਰੁਸਤੀ ਤੇ ਅਸੀਂ ਤੰਦਰੁਸਤ ਪਰਫੈਕਟ ਜਿਹੜੀ ਹੈ ਨਾ, ਜਿਹੜੀ ਬਿਨਾਂ ਕਿਸੇ ਊਣਤਾਈ ਦੇ ਜਿਹੜੀ ਸਿਹਤਯਾਬੀ ਉਹ ਅਸੀਂ ਇੰਜੋਏ ਕਰਦੇ ਭਾਵੇਂ ਮਾਣਦੇ ਹਾਂ। A rich father should only have rich children. If you are not living an abundant life of a child of God, either you are far from your true family or you don't want to take possession of your inheritance. Yet if you do want to live the life God has prepared for you, start insisting that all the promises he made be fulfilled right now. ਹੁਣ ਅਮੀਰ ਜਿਹੜਾ ਪਿਓ ਆ ਉਹ ਚਾਹੁੰਦਾ ਹੈ ਕਿ ਉਹਦਾ ਬੱਚਾ ਵੀ ਉਹਦੀ ਅਮੀਰੀ ਦਾ ਹਿੱਸੇਦਾਰ ਹੋਵੇ। ਹੁਣ ਜੇ ਤੁਸੀਂ ਅੱਜ ਖੁਦਾ ਦੇ ਬੱਚੇ ਹੋਣ ਦੇ ਬਾਵਜੂਦ ਵੀ ਜੇ ਤੁਹਾਨੂੰ ਉਹ ਅਮੀਰੀ ਤੇ ਅਬੈਂਡੈਂਟ ਕੇ ਖੁਸ਼ਹਾਲ ਜ਼ਿੰਦਗੀ ਨਹੀਂ ਗੁਜ਼ਾਰ ਪਾ ਰਹੇ ਤੇ ਤੁਹਾਨੂੰ ਆਪਣੇ ਆਪ ਨੂੰ ਸਵਾਲ ਕਰਨ ਦੀ ਹੈਗੀ ਲੋੜ ਕਿ ਤੁਸੀਂ ਕੀ ਜਿਹੜੀ ਤੁਹਾਡੀ ਸੱਚੀ ਫੈਮਿਲੀ ਆ ਤੁਸੀਂ ਜਾਂ ਤਾਂ ਫਿਰ ਉਹਦੇ ਨਾਲ ਨਹੀਂ ਹੈਗੇ ਤੇ ਜਾਂ ਫਿਰ ਤੁਸੀਂ ਜਿਹੜੀ ਤੁਹਾਨੂੰ ਖੁਦਾ ਦੀ ਦਿੱਤੀ ਹੋਈ ਇਨਹੈਰੀਟੈਂਸ ਆ ਕਿ ਜਿਹੜੀ ਤੁਸੀਂ ਉਹਦੇ ਕੋਲੋਂ ਜਿਹਦੇ ਤੁਸੀਂ ਹੱਕਦਾਰ ਆ ਤੁਸੀਂ ਉਹ ਆਪਣਾ ਹੱਕ ਨਹੀਂ ਲੈਣਾ ਜਾਣਦੇ। ਤੇ ਜੇ ਤੁਸੀਂ ਖੁਦਾ ਦੇ ਤੁਹਾਡੇ ਲਈ ਜਿਹੜਾ ਉਹਨੇ ਬਣਾਇਆ ਹੋਇਆ ਆ ਉਹ ਜੋ ਵੀ ਤੁਹਾਡੇ ਲਈ ਉਹਨੇ ਨਿਹਮਤਾਂ ਜਿਹੜੀਆਂ ਤੁਹਾਡੇ ਲਈ ਪ੍ਰੋਮਿਸਿਸ ਉਹਦੇ ਹੈਗੇ ਨੇ ਤੁਸੀਂ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈਣ ਦੇ ਬਾਰੇ ਦੇ ਵਿੱਚ ਸੋਚੋ ਤੇ ਉਹਦੇ ਉੱਤੇ ਕੰਮ ਕਰਨਾ ਹੁਣੇ ਤੋਂ ਸ਼ੁਰੂ ਕਰੋ। ਅਸੀਂ ਜ਼ਬੂਰ 35ਵੀਂ ਦੀ 27ਵੀਂ ਆਇਤ ਦੇ ਵਿੱਚ ਇਹ ਦੇਖਣਾ ਆ ਕਿ let them shout for joy and be glad who favor my righteousness cause and let them say continuously let the Lord be magnified who has pleasure in the prosperity of his servant। ਕਿਆ ਕਿ ਖੁਸ਼ੀ ਦੇ ਨਾਲ ਨਾਰਾ ਮਾਰੋ, ਖੁਸ਼ੀ ਦੇ ਨਾਲ ਤੁਸੀਂ ਗਜਾਓ ਤੇ ਜਿਹੜੀ ਉਹਨੂੰ ਜਿਹੜਾ ਖੁਦਾ ਦੇ ਵਿੱਚ ਖੁਦਾ ਦੀ ਜਿਹੜੀ ਖੁਸ਼ਹਾਲੀ ਆ ਉਹਦੇ ਵਿੱਚ ਹਮੇਸ਼ਾ ਉਹਦਾ ਜਿਹੜਾ ਨੌਕਰ ਹੈ ਉਹ ਹਮੇਸ਼ਾ ਸਭ ਤੋਂ ਅੱਛਾ ਲੈਣ ਦਾ ਹੱਕਦਾਰ ਹੈ ਤੇ ਉਹ ਹਮੇਸ਼ਾ ਲਗਾਤਾਰ ਉਹਦੇ ਵਿੱਚ ਜਿਹੜੀਆਂ ਖੁਸ਼ੀਆਂ ਆ ਉਹ ਹਾਸਲ ਕਰ ਸਕਦਾ ਹੈ ਤੇ ਉਹ ਤੁਸੀਂ ਇਹਨੂੰ ਖੁਦ ਵੀ ਮਤਲਬ ਜ਼ਬੂਰ 35 ਦੀ 27ਵੀਂ ਆਇਤ ਦੇ ਵਿੱਚ ਦੇਖ ਸਕਦੇ ਹੋ ਕਿਉਂਕਿ ਖੁਦਾਵਾਂ ਦੇ ਖੁਦਾ ਨੇ ਸਾਨੂੰ ਕਿਹਾ ਹੈ ਕਿ ਤੁਸੀਂ ਕੁਝ ਵੀ ਹਾਸਲ ਕਰ ਸਕਦੇ ਹੋ। ਕਦੋਂ ਯਿਸੂ ਕੁਝ ਵੀ ਕਰ ਸਕਦਾ ਉਹਨਾਂ ਲਈ ਜਿਹੜੇ ਉਹਦੇ ਨਾਲ ਉਹਦੀਆਂ ਜਿਹੜੇ ਕੀਤੇ ਹੋਏ ਵਾਅਦੇ ਆ ਉਹਨਾਂ ਨੂੰ ਭੁੱਲਦੇ ਨਹੀਂ ਬਲਕਿ ਉਹਨੂੰ ਚੇਤੇ ਕਰਾਉਂਦੇ ਰਹਿੰਦੇ ਨੇ ਕਿ ਅਗਰ ਸਾਡਾ ਬਾਪ ਅਮੀਰ ਹੈ ਤੇ ਅਸੀਂ ਗਰੀਬ ਕਿਸ ਤਰ੍ਹਾਂ ਹੋ ਸਕਦੇ, ਭਾਵ ਸਾਡੇ ਕੋਲੇ ਕਿਸੇ ਵੀ ਚੀਜ਼ ਦੀ ਕਮੀ ਕਿਵੇਂ ਹੋ ਸਕਦੀ ਜਦੋਂ ਕਿ ਉਹਦੇ ਕੋਲ ਹਰ ਚੀਜ਼ ਦਾ ਜਿਹੜਾ ਉਹ ਖੁਦ ਆਪ ਜਿਹੜਾ ਨਾ ਉਹ ਰਾਖਾ ਹੈ। ਇਸੇ ਤਰ੍ਹਾਂ ਅਸੀਂ ਖੁਦ ਪੰਜਾਬੀ ਦੇ ਵਿੱਚ ਮੈਂ ਤੁਹਾਡੇ ਲਈ ਪੜ੍ਹਾਂਗੀ ਕਿਉਂਕਿ ਮੈਂ ਪਹਿਲੇ ਇੰਗਲਿਸ਼ ਦੇ ਵਿੱਚ ਪੜ੍ਹਿਆ ਸੀ ਜ਼ਬੂਰ 35 ਦਾ 27ਵੀਂ ਆਇਤ। ਇਸ ਤੋਂ ਪਹਿਲਾਂ ਕਿ ਮੈਂ ਉਹਦੇ ਜਿਹੜੇ ਵਾਅਦੇ ਆ ਉਹਨਾਂ ਦੇ ਵੱਲ ਜਾਵਾਂ ਤੇ ਮੈਂ 27ਵੀਂ ਆਇਤ ਜਿਹੜੇ ਤੁਹਾਡੇ ਵਾਸਤੇ ਪੰਜਾਬੀ ਦੇ ਵਿੱਚ ਪੜ੍ਹਦੀ ਹਾਂ। ਤੁਸੀਂ ਇਹਨੂੰ ਆਪਣੇ ਘਰ ਦੇ ਵਿੱਚ ਵੀ ਪੜ੍ਹ ਸਕਦੇ ਹੋ ਐਂਡ ਇਹਦੇ ਉੱਤੇ ਮੈਡੀਟੇਟ ਵੀ ਕਰ ਸਕਦੇ ਹੋ ਤਾਂ ਕਿ ਤੁਸੀਂ ਦੇਖ ਸਕੋ ਕਿ ਇਹਦੇ ਵਿੱਚ ਜਿਹੜਾ ਵਾਅਦਾ ਹੈ ਸਾਨੂੰ ਕੀ ਕਹਿੰਦਾ ਹੈ। ਜਿਹੜੇ ਮੇਰੇ ਧਰਮ ਤੋਂ ਪਸੰਦ ਹਨ ਤੇ ਉਹ ਜੈ ਜੈਕਾਰ ਕਰਨ ਤੇ ਆਨੰਦ ਕਰਨ, ਉਹ ਸਦਾ ਲਈ ਇਹ ਕਹਿੰਦੇ ਰਹਿਣ ਕਿ ਯਹੋਵਾ ਖੁਦਾਵੰਦ ਦੇ ਖੁਦਾ ਦੀ ਵਡਿਆਈ ਹੋਵੇ ਜਿਹੜਾ ਆਪਣੇ ਨੌਕਰ ਆਪਣੇ ਦਾਸ ਆਪਣੇ ਬੱਚੇ ਦੀ ਖੁਸ਼ੀ ਤੋਂ ਪ੍ਰਸੰਨ ਹੈ। ਕੀ ਇੱਥੇ ਕਿਹਾ ਗਿਆ? ਕਹਿੰਦਾ ਜਿਹੜੇ ਮੇਰੇ ਧਰਮ ਤੋਂ ਪਸੰਦ ਹਨ, ਜਿਹੜੇ ਮੇਰੀ ਮਤਲਬ ਜਿਹੜੇ ਖੁਦਾ ਤੋਂ ਖੁਸ਼ ਨੇ ਕਿ ਵੀ ਜਿਹੜੇ ਖੁਦਾ ਦੇ ਵਿੱਚ ਪੂਰਾ ਉਤਰਦੇ ਨੇ, ਕਹਿੰਦੇ ਉਹ ਹਮੇਸ਼ਾ
ਖੁਦਾ ਦੀ ਨਾਰੇ ਲਾਉਂਦੇ ਰਹਿਣ ਕਿ ਜੈ ਯਸੂ ਦੀ, ਹਰ ਸ਼ੈ ਯਸੂ ਦੀ, ਖੁਦਾਵਾਂ ਦੇ ਖੁਦਾ। ਕਿਉਂ ਕਹਿੰਦਾ? ਕਿਉਂਕਿ ਉਹ ਹਮੇਸ਼ਾ ਆਪਣੇ ਖੁਦਾ ਦੀ ਵਡਿਆਈ ਕਰਦੇ ਰਹਿਣ ਤਾਂ ਕਿ ਉਹ ਇਹ ਜਾਣ ਲੈਣ ਕਿ ਮੈਂ ਵੀ ਉਹਨਾਂ ਦੀ ਜਿਹੜੀ ਪ੍ਰੋਪਰੇਸ, ਉਹਨਾਂ ਦੀ ਖੁਸ਼ੀ ਨੂੰ, ਉਹਨਾਂ ਨੂੰ ਖੁਸ਼ ਦੇਖ ਕੇ ਬਹੁਤ ਖੁਸ਼ ਹੁੰਨਾ ਆ। ਇਸ ਤਰ੍ਹਾਂ ਅਸੀਂ ਦੇਖਣਾ ਕਿ ਜਿਹੜੇ ਉਹਦੇ ਵਾਅਦੇ ਆ ਕਿ ਸਾਨੂੰ ਹਮੇਸ਼ਾ ਦੀ ਖੁਸ਼ੀ ਦੇਣ ਵਾਲੇ, ਜਿਨ੍ਹਾਂ ਦੀ ਅਸੀਂ ਗੱਲ ਕੀਤੀ ਆ, ਕਿ ਅਸੀਂ ਉਹਨਾਂ ਨੂੰ ਹਾਸਲ ਕਰ ਪਾਉਂਦੇ ਹਾਂ। ਅਸੀਂ ਜ਼ਬੂਰ 66 ਦੀ 19ਵੀਂ ਆਇਤ ਦੇ ਵਿੱਚ ਦੇਖਦੇ ਹਾਂ, ਬਲੈਸਡ ਬੀ the Lord who daily leads us with the benefits that the God of our salvation। ਹੁਣ ਇਸ ਨਜਾਤ ਦੀ ਗੱਲ ਕੀਤੀ ਆ, ਉਹਦੇ ਵਾਅਦੇ ਦਾ ਸਭ ਤੋਂ ਵੱਡਾ ਹਿੱਸਾ ਤਾਂ ਨਜਾਤ ਵੀ ਹੈ ਨਾ। ਉਹ ਕਹਿੰਦਾ ਹੈ ਕਿ ਧੰਨ ਆ ਉਹ ਹੈ ਨਾ ਜਿਹੜੇ ਹਰ ਰੋਜ਼ ਖੁਦਾ ਦੇ ਜਿਹੜੇ ਦਿੱਤੇ ਹੋਏ ਤੋਹਫੇ ਉਹਨਾਂ ਨੂੰ ਮਾਣਦੇ ਆ ਅਤੇ ਜਿਹੜੇ ਖੁਦਾ ਦੀ ਜਿਹੜੀ ਨਜਾਤ ਆ ਉਹਦੇ ਨਾਲ ਤੁਰਦੇ ਆ, ਉਹ ਤੋਂ ਦੂਰ ਨਹੀਂ ਹੁੰਦੇ। ਇਹ ਜਿਹੜੇ ਲਫ਼ਜ਼ ਆ ਸਾਨੂੰ ਖੁਦਾ ਨੇ ਕਿਹਾ ਹੋਇਆ ਕਿ ਉਹ ਧੰਨ ਆ। ਅਸੀਂ ਇਹ ਦੇਖਣਾ ਆ ਕਿ ਕੀ ਅਸੀਂ ਸੱਚੀ ਆਪਣੀ ਜ਼ਿੰਦਗੀ ਵਿੱਚ, ਰੋਜ਼ਮਰਰਾ ਦੀ ਜ਼ਿੰਦਗੀ ਵਿੱਚ ਖੁਦਾ ਦੇ ਉਹਨਾਂ ਵਾਅਦਿਆਂ ਨੂੰ ਚੇਤੇ ਰੱਖਦੇ ਹਾਂ ਜਾਂ ਅਸੀਂ ਉਹਨਾਂ ਤੋਂ ਪਰੇ ਹੋ ਜਾਂਦੇ ਹਾਂ। ਕੀ ਕਿਹਾ ਇਹਦੇ ਵਿੱਚ 19ਵੀਂ ਆਇਤ ਦੇ ਵਿੱਚ? ਕਿਹਾ ਹੈ ਕਿ ਤੂੰ ਉਹ ਤਾਹਾਂ ਪ੍ਰਭੂ ਖੁਦਾਵਾਂ ਦਾ ਖੁਦਾ ਮੁਬਾਰਕ ਹੋਵੇ ਜਿਹੜਾ ਹਰ ਰੋਜ਼ ਦਿਹਾੜੇ ਸਾਡਾ ਭਾਰ ਚੁੱਕ ਲੈਂਦਾ ਹੈ। ਉਹ ਸਾਡਾ ਮੁਕਤੀਦਾਤਾ ਪਰਮੇਸ਼ਵਰ ਹੈ, ਸਲਾ ਹੈ। ਪਰਮੇਸ਼ਵਰ ਸਾਡੇ ਲਈ ਬਚਾਵਾਂ ਦਾ ਪਰਮੇਸ਼ਵਰ ਹੈ। ਐਂਡ ਖੁਦਾਵਾਂ ਦੇ ਖੁਦਾ ਕੋਲੋਂ ਹੀ ਮੌਤ ਤੋਂ ਰਿਹਾਈ ਹੈ। ਪਰਮੇਸ਼ਵਰ ਜ਼ਰੂਰ ਆਪਣੇ ਵੈਰੀਆਂ ਦੇ ਸਿਰ ਨੂੰ ਨਾਲੇ ਖੁੱਲ੍ਹੇ ਦੋਸ਼ੀ ਦੇ ਵਾਲਾਂ ਵਾਲੀ ਖੋਪਰੀ ਨੂੰ ਭੰਨ ਸੁੱਟੇਗਾ। ਇਹਦੇ ਨਾਲ ਹੀ ਅਸੀਂ ਅੱਜ ਦਾ ਜਿਹੜਾ ਵਚਨ ਆ ਉਹਨੂੰ ਤੁਹਾਡੇ ਰੂਬਰੂ ਕਰਦੇ ਹੋਏ ਮੈਂ ਤੁਹਾਡੇ ਲਈ ਵੀ ਅਰਦਾਸ ਕਰਾਂਗੀ, ਕਿਉਂਕਿ ਮੈਨੂੰ ਤੁਹਾਨੂੰ ਇਹ ਬਚਨ ਜਿਹੜਾ ਅੱਜ ਦੀ ਅਮੀਰ ਬਾਪ ਦੇ ਅਮੀਰ ਬੱਚੇ ਦਾ ਲਾਈਫ ਮੋਰ ਅਬੈਂਡੈਂਟ ਦੇ ਵਿੱਚੋਂ ਬਹੁਤ ਖੁਸ਼ੀ ਮਿਲੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਹਾਲੇਲੂਇਆ, ਹਾਲੇਲੂਇਆ। ਖੁਦਾਵੰਦ ਤੇਰੀ ਪਾਕ ਪਵਿੱਤਰ ਰੂਹ 'ਚ ਤੇਰਾ ਸ਼ੁਕਰ ਕਰਦੀ ਹਾਂ, ਤੇਰਾ ਧੰਨਵਾਦ ਕਰਦੀ ਹਾਂ ਇਸ ਬਚਨ ਲਈ ਜਿਹੜਾ ਤੂੰ ਮੈਨੂੰ ਅੱਜ ਦਿੱਤਾ ਆਪਣੇ ਲੋਕਾਂ ਤੱਕ ਪਹੁੰਚਾਉਣ ਲਈ, ਕਿ ਅਸੀਂ ਅਮੀਰ ਬਾਪ ਦੇ ਅਮੀਰ ਬੱਚੇ ਹਾਂ ਜਿਹਨੂੰ ਹਮੇਸ਼ਾ ਸਾਨੂੰ ਹਰ ਚੀਜ਼ ਦੇ ਨਾਲ ਭਰੇ ਪੂਰੇ ਦੇਖ ਕੇ ਖੁਸ਼ੀ ਮਿਲਦੀ ਹੈ। ਖੁਦਾਵੰਦ ਉਹਨਾਂ ਲੋਕਾਂ ਨੂੰ ਖੁਦਾਵੰਦ ਜਿਹੜੇ ਨਹੀਂ ਤੇਰੇ ਇਸ ਬਚਨ ਨੂੰ ਸਮਝ ਪਾ ਰਹੇ ਕਿ ਤੂੰ ਆਇਆ ਸਾਨੂੰ ਸਦਾ ਦੀ ਜ਼ਿੰਦਗੀ ਦੇਣ ਵਾਸਤੇ, ਤਾਂ ਕਿ ਅਸੀਂ ਹਮੇਸ਼ਾ ਸਦਾ ਦੀ ਜਿਹੜੀ ਭਰਪੂਰ ਖੁਸ਼ੀਆਂ ਨਾਲ ਅਤੇ ਅਮੀਰੀ ਅਤੇ ਹਰ ਚੀਜ਼ ਦੇ ਹਾਸਲ ਕਰਨ ਵਾਲੀ ਜ਼ਿੰਦਗੀ ਅਸੀਂ ਪਾ ਸਕੀਏ। ਉਹ ਵੀ ਤੇਰੇ ਇਸ ਬਚਨ ਦੇ ਮੁਤਾਬਿਕ ਹਮੇਸ਼ਾ ਆਪਣੇ ਜਿਹੜੇ ਤੂੰ ਉਹਨਾਂ ਲਈ ਵਾਅਦੇ ਕੀਤੇ ਹੋਏ ਨੇ ਉਹਨਾਂ ਨੂੰ ਹੱਕ ਨਾਲ ਹਾਸਲ ਕਰ ਸਕਣ ਅਤੇ ਹਮੇਸ਼ਾ ਆਪਣੀ ਮੁਕਤੀ ਨੂੰ ਸੰਭਾਲ ਕੇ ਰੱਖ ਸਕਣ ਜੋ ਤੂੰ ਸਾਡੇ ਲਈ ਹਾਸਲ ਕੀਤੀ। In the name of Lord Jesus Christ, be blessed and stay blessed. Amen.